ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਣਾਈ ਹੋਈ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਵੀ ਗੁਰਮੁਖ ਪਿਆਰੇ ਮੈਨੂੰ ਸੁਣ ਰਹੇ ਹਨ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਹਰ ਗੁਰਮੁਖ ਨੂੰ ਗੁਰਬਾਣੀ ਦੇ ਨਾਲ ਲੱਗ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਉੱਠ ਕੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਪੜ੍ਹੀ, ਨਾਮ ਜਪਿਆ ਤੇ ਮਨ ਵਿੱਚ ਇੱਛਾ ਜਾਗੀ ਕਿ ਕੁਝ ਵਿਚਾਰਾਂ ਗੁਰਬਾਣੀ ਦੇ ਆਧਾਰ ਤੇ ਗੁਰਮੁਖਾਂ ਨਾਲ ਕੀਤੀਆਂ ਜਾਣ, ਕਿਉਂਕਿ ਸਾਡਾ ਫਲਸਫਾ ਸਿੱਖਾਂ ਦਾ ਧਰਮ ਜਾਂ ਮਨੁੱਖਤਾ ਦਾ ਧਰਮ, ਸਾਰੀ ਦੁਨੀਆ ਦਾ ਧਰਮ, ਸਾਰੀਆਂ ਜਾਤਾਂ ਪਾਤਾਂ ਦਾ ਧਰਮ, ਸਾਹਿਬੇ ਕਮਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੀ ਰਚਨਾ ਸ਼ੁਰੂ ਕਰਾਈ ਅਤੇ ਸਾਰੇ ਪਾਤਸ਼ਾਹਾਂ, ਪੰਜਾਂ ਛਿਆਂ ਪਾਤਸ਼ਾਹੀਆਂ ਨੇ ਆਪਣੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ। ਆਸਤਾ ਆਸਤਾ ਕੀ ਹੋਇਆ, ਗੁਰਬਾਣੀ ਅਸੀਂ ਜੀਵਨ ਵਿੱਚ ਪੜ੍ਹਨੀ ਸੀ, ਜੀਵਨ ਬਣਾਉਣਾ ਸੀ, ਰੋਜ਼ਾਨਾ ਗੁਰਬਾਣੀ ਪੜ੍ਹ ਕੇ ਜੀਵਨ ਜੀਣਾ ਸੀ। ਪਰ ਅਸੀਂ ਦੁੱਖ ਦੀ ਗੱਲ ਕਿ ਕੀਤੇ ਕਰਾਏ ਪਾਠ ਗੁਰਧਾਮਾਂ ਤੇ ਜਾ ਕੇ ਸਿਰਫ ਮੱਥਾ ਟੇਕਣ ਤੱਕ ਹੀ ਰਹਿ ਗਏ ਤੇ ਜਿਹਦਾ ਸਾਰੀ ਮਨੁੱਖਤਾ ਦੇ ਵਿੱਚ ਗਿਰਾਵਟ ਆਈ, ਜਿਸ ਦੀ ਸਾਰੀ ਮਨੁੱਖਤਾ ਵਿੱਚ ਗਿਰਾਵਟ ਆਈ। ਗੁਰੂ ਨਾਨਕ ਪਾਤਸ਼ਾਹ ਦਾ ਆਉਣਾ ਹੀ ਮਨੁੱਖਤਾ ਨੂੰ ਸੁਧਾਰਨਾ ਸੀ ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੋ ਹੁਣ ਇਸ ਧਰਤੀ ਤੇ ਹੋ ਰਿਹਾ ਹੈ, ਉਹਦੇ ਬਾਰੇ ਅੱਜ ਕੁਝ ਵਿਚਾਰਾਂ ਮਨ ਵਿੱਚ ਆਈਆਂ ਕਿ ਇਹ ਕੀਤੀਆਂ ਜਾਣ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਹੋਣ ਵਾਲੇ ਹਾਲਾਤ ਵੇਖੇ ਤੇ ਗੁਰਬਾਣੀ ਬ੍ਰਹਮ ਹੈ ਗੁਰਸਿੱਖੋ, ਸਦਾ ਹੀ ਹਰ ਟਾਈਮ ਦੀ ਗੁਰਬਾਣੀ ਮੌਕੇ ਤੇ ਗੱਲ ਕਰਦੀ ਹੈ। ਗੁਰੂ ਸਾਹਿਬ ਜੀ ਨੇ ਤਾਂ ਇੱਥੋਂ ਤਾਈਂ ਵੀ ਆਪ ਦਾ ਰੂਪ ਪੰਜਾਂ ਪਿਆਰਿਆਂ ਵਿੱਚ ਦੇ ਕੇ ਵੀ ਮੇਰੇ ਜਿਹੜੀ ਮੈਨੂੰ ਮੰਨਣ ਵਾਲੀ ਮਨੁੱਖਤਾ ਜਾਂ ਮੇਰੇ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਜਾਂ ਹੋਰ ਜਿੰਨੀ ਵੀ ਮਨੁੱਖਤਾ ਹੈ, ਉਹਨਾਂ ਨੂੰ ਸਮਝਾ ਕੇ ਕਿ ਮੈਂ ਸਦਾ ਹੀ ਪੰਜਾਂ ਪਿਆਰਿਆਂ ਦੇ ਵਿੱਚ ਹਾਂ ਤੇ ਤੁਸੀਂ ਕੋਈ ਵੀ ਅਟੱਲ ਫੈਸਲਾ ਲੈਣਾ ਹੋਵੇ ਤੇ ਪੰਜ ਇਕੱਠੇ ਹੋ ਜਾਇਆ ਕਰਿਓ, ਅਰਦਾਸ ਕਰਕੇ ਮੈਨੂੰ ਹਾਜ਼ਰ ਨਾਜ਼ਰ ਸਮਝ ਲੈਣਾ ਤੇ ਜਿਹੜਾ ਆਪਣਾ ਫੈਸਲਾ ਵਾ ਉਹ ਕਰ ਲਿਆ ਕਰਨਾ। ਪਰ ਹਾਲਾਤ ਕੀ ਬਣੇ, ਆਸਤਾ ਆਸਤਾ ਹਰ ਮਨੁੱਖ ਨੂੰ ਆਪੋ ਆਪਣੀ ਆਜ਼ਾਦੀ ਮਿਲੀ ਤੇ ਆਜ਼ਾਦੀ ਮਿਲ ਕੇ ਆਪਣੀ ਸਮਝ ਦੇ ਨਾਲ ਆਗੂ ਚੁਣਨ ਦਾ ਅਧਿਕਾਰ ਮਿਲ ਗਿਆ। ਤੇ ਸਤਿਗੁਰੂ ਜੀ ਇੱਥੇ ਇਹਨਾਂ ਆਗੂਆਂ ਦੀ ਗੱਲ ਕਰ ਰਹੇ ਹਨ ਕਿ ਰਾਜ ਭਾਗ ਦੇ ਵਿੱਚ ਕਿਹੋ ਜਿਹੇ ਹੋ ਗਏ ਹਨ। ਸ਼ਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ, ਹੋਂ ਭਾਲ ਵਕੁੰਨੀ ਹੋਈ, ਅੰਧੇਰੇ ਰਾਹੋ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਦੇਖ ਰਿਹਾ ਹਾਂ ਜਿਹੜੇ ਰਾਜ ਭਾਗ ਕਰਨ ਵਾਲੇ ਨੇ, ਕਲ ਕਾਤੀ ਰਾਜੇ ਕਸਾਈ, ਕਸਾਈ ਕਹਿੰਦੇ ਬੱਕਰੇ ਵੱਢਣ ਵਾਲੇ, ਕਹਿੰਦੇ ਬੱਕਰੇ ਨੂੰ ਵੱਢ ਕੇ ਕੋਈ ਗਰਮ ਕਰਕੇ ਉਸ ਦੀਆਂ ਹੱਡੀਆਂ ਚੂਸਦਾ ਹੈ ਤੇ ਕੋਈ ਉਸ ਦਾ ਖੂਨ ਪੀਂਦਾ ਹੈ। ਪਰ ਹੋਣ ਵਾਲੇ ਰਾਜੇ ਸਾਡੇ ਕੋਲੋਂ ਸਾਡੇ ਅਧਿਕਾਰ ਲੈ ਕੇ
ਸਾਡੀ ਆਤਮਾ ਦਾ ਖੂਨ ਪੀ ਰਹੇ ਹਨ। ਸਾਡੇ ਦੇਸ਼ ਦੀ, ਸਾਡੀ ਸਟੇਟ ਦੀ ਇਹ ਹਾਲਤ ਹੋ ਗਈ ਹੈ ਕਿ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਲੰਮਾ ਸਮਾਂ ਰਾਜ ਭਾਗ ਕੀਤਾ, ਗੁਰਬਾਣੀ ਪੜ੍ਹਨੀ ਸੀ, ਹੋਰ ਤਾਂ ਹੋਰ ਕੀ, ਸਿਆਸੀ ਰਾਜ ਭਾਗ ਨੂੰ ਤਾਂ ਛੱਡੋ, ਧਰਮੀ ਵੀ ਐਸੇ ਹੋ ਗਏ ਗੁਰਦੁਆਰਾ ਸਾਹਿਬਾਂ ਦੇ ਵਿੱਚ। ਤੁਸੀਂ ਥੋੜ੍ਹੇ ਦਿਨ ਹੋਏ ਨੇ ਸਰਸਾ ਸਾਹਿਬ ਦੀ ਮੂਵੀ ਇੱਕ ਵੇਖੀ ਹੋਣੀ ਆ, ਮਨਜਿੰਦਰ ਸਿੰਘ ਸਰਸਾ। ਲੋਕਾਂ ਨੇ ਉਹਨੂੰ ਹਰਾਇਆ ਕਿ ਇਹ ਆਗੂ ਲਾਇਕ ਨਹੀਂ ਹੈ, ਅਸੀਂ ਇਹਨੂੰ ਗੁਰੂ ਘਰ ਦੀ ਸੇਵਾ ਨਹੀਂ ਦੇਣੀ ਚਾਹੁੰਦੇ। ਤੇ ਜਿਹਦੇ ਮਗਰ ਅਸੀਂ ਦਸਤਾਰਾਂ ਸਜਾ ਕੇ ਆਪਣੇ ਘਰ ਬੂਹੇ ਜਾੜ ਕੇ ਭੱਜੇ ਫਿਰਦੇ ਹਾਂ, ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਮੈਂਬਰ ਨਾਮਜ਼ਦ ਕਰਾਇਆ। ਤੇ ਕਰਾਇਆ ਵੀ ਕਿੱਥੋਂ? ਤਰਨਤਾਰਨ ਦੇ ਅੰਮ੍ਰਿਤਸਰ ਦੇ ਚੁਣੇ ਹੋਏ ਕਮੇਟੀ ਦੇ ਮੈਂਬਰਾਂ ਤੋਂ, ਅੰਮ੍ਰਿਤਸਰ ਸਾਹਿਬ ਤੋਂ। ਤੇ ਜਦੋਂ ਉਹਨੂੰ ਗੁਰਮੁਖੀ, ਜਿਹੜੀ ਸਾਡਾ ਮੇਨ ਭਾਸ਼ਾ ਸੀ, ਸ਼ਬਦ ਸੀ, ਜਿਹਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸਿੱਖਿਆ ਲੈਣੀ ਸੀ, ਉਹ ਪੜ੍ਹਾਈ ਤੇ ਉਹਨੂੰ ਆਈ ਨਹੀਂ। ਦੱਸੋ ਇਸ ਤੋਂ ਵੱਧ ਕਸਾਈਆਂ ਵਾਲੇ ਕਿਹੜੇ ਕੰਮ ਨੇ? ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਹਦੀ ਗੋਲਕ ਜਿਹੜੇ ਲੋਕ ਪੈਸੇ ਦਿੰਦੇ ਨੇ, ਮੱਥਾ ਟੇਕਦੇ ਨੇ ਸ਼ਰਧਾ ਦੇ ਨਾਲ, ਉਸ ਦਾ ਹਿਸਾਬ ਕਿਤਾਬ ਰੱਖਣਾ ਹੋਵੇ ਤੇ ਉਸ ਬੰਦੇ ਨੂੰ ਪੰਜਾਬੀ ਵੀ ਨਾ ਆਉਂਦੀ ਹੋਈ ਤੇ ਜਿੱਦ ਕਰ ਰਹੇ ਨੇ ਕਿ ਅਸੀਂ ਪ੍ਰਧਾਨ ਹੀ ਬਣਾਉਣਾ ਵਾ, ਤੇ ਕੀ ਅਸੀਂ ਇਨਸਾਨ ਹਾਂ? ਅਸੀਂ ਕੀ ਸੋਚ ਰਹੇ ਹਾਂ? ਇਹ ਕਸਾਈ ਰਾਜੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਸ਼ਬਦ ਉਚਾਰੇ ਹਨ, ਇਸ ਦੇ ਉੱਤੇ ਇਹਨਾਂ ਨੇ ਸਾਡੀ ਮਨੁੱਖਤਾ ਦੀ ਇਹ ਹਾਲਤ ਕਰ ਦਿੱਤੀ ਹੈ ਕਿ ਸਾਡੇ ਸਿੱਖ ਆਗੂ ਮਾੜੇ ਹੋਣ ਦੇ ਨਾਤੇ ਪਹਿਲਾਂ ਸਾਨੂੰ ਵੱਖਰਾ ਰਾਜ ਭਾਗ ਦੇ ਨਾਂ ਤੇ ਸਾਡੇ ਬੱਚਿਆਂ ਨੂੰ ਉਸਕਾਇਆ, ਤੇ ਕਿੰਨੇ ਬੱਚੇ 1992, 1984, 1978 ਤੋਂ ਲੈ ਕੇ 95 ਤੱਕ ਇੰਨੇ ਬੱਚੇ ਸਾਡੇ ਮਾਰੇ ਗਏ ਕਿ 22 ਸਾਲ ਤੋਂ ਲੈ ਕੇ KPS ਗਿੱਲ ਵਰਗੇ ਕਸਾਈ ਬੰਦਿਆਂ ਨੇ, ਬਿਆਨ ਸਿੰਘ ਬੁੱਚੜ ਵਰਗੇ ਬੰਦਿਆਂ ਨੇ ਸਾਡੀ ਜਵਾਨੀ ਦਾ ਪੂਰਾ ਘਾਣ ਕੀਤਾ। ਉਸ ਦੇ ਉੱਤੋਂ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸ਼ਬਦ ਢੁੱਬਦੇ ਨੇ, ਉਹਦੇ ਵਿੱਚ ਇਹ ਲਾਲਚੀ 10 ਸਾਲ ਫਿਰ ਸਰਕਾਰ ਚਲਾਉਣ ਦਾ ਇਹਨਾਂ ਲਾਲਚੀਆਂ ਨੂੰ ਮੌਕਾ ਮਿਲਿਆ, ਜਿਹੜੇ ਸਿੱਖਾਂ ਦਾ ਮੌਕਤਾ ਪਾਈ ਫਿਰਦੇ ਨੇ। ਉਹਨਾਂ ਬੰਦਿਆਂ ਨੇ ਕੀ ਕੀਤਾ? ਨਸ਼ਿਆਂ ਦੇ ਦਰਿਆ ਚਲਾ ਦਿੱਤੇ। ਅਦਾਲਤਾਂ ਵਿੱਚ ਕੇਸ ਪਏ ਹਨ, ਅਦਾਲਤਾਂ ਹਿੰਦੁਸਤਾਨ ਦੀਆਂ ਪੱਥਰ ਹੋਈਆਂ ਪਈਆਂ ਹਨ, ਚੰਗੇ ਫੈਸਲੇ ਲੈਣ ਦੇ ਯੋਗ ਨਹੀਂ ਰਹੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਈ ਗਈ ਰਾਜ ਭਾਗ ਵਾਸਤੇ, ਜਿਸ ਨੂੰ ਅਸੀਂ ਪੜ੍ਹ ਕੇ ਆਪਣੀ ਜੀਵਨ ਜੀਣਾ ਹੈ, ਉਹਦੇ ਅੱਗੇ ਅਰਦਾਸਾਂ ਕਰਨੀਆਂ ਸਨ। ਤੇ ਉਸ ਤੋਂ ਬਾਅਦ ਸਾਡੀ ਜਵਾਨੀ ਸੀ ਜਿਹੜੀ ਆਈਲੈਟਸ ਕਰ ਕਰਕੇ ਸਾਰੀ ਬਾਹਰ ਚਲੀ ਗਈ। ਹੁਣ ਕੋਈ ਬੱਚਾ ਪੰਜਾਬ ਸਟੇਟ ਵਿੱਚ ਨਹੀਂ ਰਹਿਣ ਤਾ। ਜੇ ਹੁਣ CM ਬਣਾਇਆ ਵਾ, ਰਾਜੇ ਕਸਾਈਆਂ ਦੀ ਗੱਲ ਕਰ ਰਹੇ ਹਨ, ਤੇ ਉਹਨੂੰ ਜਾਤਾਂ ਪਾਤਾਂ ਦਾ ਨਾਂ ਦੇ ਦਿੱਤਾ। ਅੱਛਾ ਦੱਸੋ, ਜਦੋਂ ਰਿਜ਼ਰਵੇਸ਼ਨ ਕਰੀ ਜਾ ਰਹੇ ਜੇ ਤੇ ਜਿਹੜਾ ਜੱਟ ਸਿੱਖ ਇਹਨੇ ਕਿੱਥੇ ਜਾਣਾ ਬਈ? ਇਹਦੀ ਕਿਹੜੀ ਰਿਜ਼ਰਵੇਸ਼ਨ ਆ? ਇਹਦਾ ਕਿਹੜਾ ਦਲਿਤ ਆ? ਇਹ ਕੀ ਕਰੇਗਾ? ਕਿਤੇ ਮੈਨੂੰ ਤੇ ਕਈ ਵਾਰ ਇਹ ਵਿਚਾਰ ਆਉਂਦੀ ਹੈ ਕਿ ਸ਼ਾਇਦ ਸਾਡੇ ਨਾਲ ਇਹ ਜਾਣ ਬੁੱਝ ਕੇ ਕਿ ਜਿਹੜੇ 85-87% ਕੁਰਬਾਨੀਆਂ ਵਾਲੇ ਆ, ਇਹ ਚਲੇ ਹੀ ਜਾਣ ਤੇ ਚੰਗਾ ਵਾ। ਤੇ ਜਾ ਵੀ ਰਹੇ ਹਾਂ, ਮੇਰਾ ਪਰਿਵਾਰ ਵੀ ਅੱਧਾ ਬਾਹਰ ਹੈ। ਸੋ ਇਸ ਕਰਕੇ ਸਤਿਗੁਰ ਜੀ ਨੇ ਜਿਹੜੀ ਗੱਲ ਅੱਜ ਤੋਂ 300-400 ਸਾਲ ਪਹਿਲਾਂ ਸਾਨੂੰ ਦੱਸੀ ਸੀ, ਅੱਜ ਵੀ ਹਾਲਾਤ ਐਸੇ ਬਣੇ ਪਏ ਨੇ। ਤੇ ਕੋਈ ਵੀ ਗੱਲ ਅਸੀਂ ਕਰਨੀ ਆ, ਗੁਰਬਾਣੀ ਦੇ ਲਿਹਾਜ਼ ਨਾਲ ਕਰੀਏ, ਗੁਰਬਾਣੀ ਦੇ ਲਿਹਾਜ਼ ਨਾਲ ਆਪਣਾ ਜੀਵਨ ਦੀ ਕੋਸ਼ਿਸ਼ ਕਰੀਏ। ਮੈਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਜਿਹੜੇ ਬੋਲੇ ਹਨ, ਇੱਕ ਸਾਨੂੰ ਹੋਰ ਵੱਡੀ ਮਾਰ ਵਗ ਰਹੀ ਹੈ। ਅਸੀਂ ਸਟੇਜਾਂ ਤੇ ਹਰੇਕਾਂ ਲਾ ਕੇ ਜ਼ਬਾਨੀ ਗੁਰਬਾਣੀ ਦੇ ਰਟਨ ਕਰ ਕਰਕੇ ਆਪਣੇ ਪੈਸੇ ਦੀ ਖਾਤਰ ਸਿੱਖ ਨੂੰ ਲਾਗੇ ਨਹੀਂ ਆਉਣ ਦਿੰਦੇ। ਅਸੀਂ ਪ੍ਰਚਾਰ ਤੇ ਕੀ ਕਰਨਾ ਸੀ? ਕਿਉਂਕਿ ਪੁਜਾਰੀ ਵਰਗ ਤੂੰ ਤੇ ਸਤਿਗੁਰ ਜੀ ਨੇ ਪਹਿਲਾਂ ਤੋਂ ਹੀ ਬਰਦਾਸ਼ਤ ਨਹੀਂ ਕੀਤਾ।
गल च परने पा के चंगियां चंगियां जायदादां वाले जिहड़े मैं पुजारी वर्ग दे विच शामिल हुंदे देखे ने, सियासी लोगों की भेट चढ़ते देखे गए ने। मनुखता नूं जिस तरह साडी ड्यूटी लगी हुंदी है मारन दी, ते सतगुर जी कहिंदे आ कल काती राजे कसाई धर्म पंख कर उडरिया धर्म उड गया वा। महाराज दा धर्म नहीं रहा हुण। जे साडा काल तख्त सी, जे तो उच्च कोटि के फैसले होने सन, उत्थे भी एक ग्रंथी वजों जिहड़ा होण दा जथेदार आ, ना रफ्तार ना चाल ना बोल, ते किते उहनूं पुछ लिओ कि तू भर्ती की होया सां, काहदे वास्ते आया सां धर्म दे विच, कमाई करन वास्ते की करन आया सां। ते जे तू इस लायक नहीं है, जे तैनूं किते लाता वा, ते जे तू सियाणा होवे, हुण मैनूं कोई आखे तू जहाज चलाउण लग पो, ते मैं की आखूँ मैं चलाउण लग पऊँगा, जां मैनूं कोई आखे जथेदार ला देने मैं लग जूँगा। नहीं भाई, मैं इन्ने जोग नहीं है, मैं जिहड़े काम जोगा मैं उही काम करांगा। ते ओह काली फूला सिंह बन बन विखाउंदा वा। इन्ना नहीं पता भी काली फूला सिंह दा जीवन की सी। वो पहला गुरु साहब नूं समर्पित होया सी, वो ग्रंथी भर्ती नहीं सी होया। सो इन्हां ने साडे वीर ने जिहड़े असीं मैंबर चुन के घलदे हां, हर वारी मैं मैंबरां दी इलैक्शन विच इन्हां दे नाल रहिंदा हां, ते पर साडे उत्ते एक परिवार दा राज होण करके जो उत्थों हुकम आउंदा है उही काम कर देने हैं, जिहड़ी साडी एग्जैक्टिव हुंदी है। ते जदों असीं नौकर नूं जथेदार ला लिया, ते आस कित्थों भाई रखदे हैं, चंगे होण दी आस कित्थों रखदे हैं, क्योंकि उहने ते बुलाया बोली तेरा तेरा बुलाया बोलना उहने जिन्हें तैनूं लाया वा। सो इस करके बहुत ही महाराज जिहड़ी कहिंदे ने कि कूड़ अमावस सच चंद्रमा दिसे ना ही कह चढ़िया। आंदे सच का तो नामो ना निशान ही मिट गया वा, अज भी वो हालात होए पे ने। ते महाराज कहिंदे ने फिर गुरमुख लोग जिहड़े वो बेचारे की करते फिरदे आ, हों भाल वकुन्नी होई अंधेरे राहो ना कोई। मैं लभदी फिरदी हाँ, आत्मा आंदी आ गुरमुखां नूं किसे चंगे इंसान नूं मैं लभदी फिरदी मैं संगत करन नूं, पर मैनूं तां ये पुजारी लोग अगे नज़र आउंदे ने जिहड़े धर्म चों गुरु साहब ने पत्थरां दी पूजा छड्डी सी। हुण तुसीं वेखो हरमंदर साहिब रूहानीयत दा केंद्र है। अमृत वेले गुरु ग्रंथ साहिब दी जदों सवारी आउंदी है तां सिख उत्थे अपने मोढे दिंदे हन, फुੱਲਾਂ ਦੀ ਵਰਖਾ ਕਰਦੇ ਹਨ, ਚਾਹੀਦੀ ਵੀ ਆ क्योंकि हरमंदर आ ਇਹੋ ਸਾਜਿਆ हर वसे जिस नाल शरीर की गल भी महाराज ने की है, तो अमृतसर की भी शहर की गल की भी उत्थे मैं वसाया वा अमृतसर सिफती का घर। पर दुख उदों आउंदा है कि जदों एक बंदे तो असीं गुरु ग्रंथ साहिब जी नूं इन्ना सत्कार दिंदे हां, ते 2 घंटे बाद ही जिहड़े असीं खंड पाठ कराउणे हुंदे हन, कल्ला ग्रंथी उसे गुरु ग्रंथ साहिब नूं चुकी आ रहा हुंदा है, तो एक जना जां आपे ही चौर कर रहा हुंदा है कि उदों कोई गुरु होर हो जांदा वा। सो इस तरह ही बड़े दुख नाल कहना पै रहा है कि जदों जदों भी किते असीं सिੱਖੀ की गल करनी हुंदी ते धर्मी बंदिआं नूं उत्थे वड़न नहीं दिता जांदा, ते जिहड़े बंदे नामजद कीते हुंदे ने जां जिन्हां नूं उत्थों दी अथॉरिटी मिली हुंदी उही बह के आप ही फैसले लै लैंदे आ। सो इस करके सिख कौम दे विच बड़ी वड्डी घाट आ रही है। असीं सारा सिस्टम ही अपने मुताबक बदली जा रहे हैं, जिस नूं गुरु साहब जी की मर्यादा गुरु साहब जी की बाणी के अनुसार भले पुरशां वांगू उत्थे सारे फैसले होने चाहिए हैं। तो गुरु साहब की कहिंदे ने, हों भाल वकुन्नी होई अंधेरे राहो ना कोई, विच होमे कर दुख रोई। ये नहीं कि वह बगाने ने जिहड़े काम कर रहे हैं, आत्मा सारिਆਂ ਦੇ ਵਿੱਚ एक है। महाराज कहते उन्होंने आत्मा च होमे वड़ गई आ, मरना भुल गया वा, तो वो इस तरह कर रहे हैं। सो इस करके सानू गुरबाणी तो घर बैठ के गुरबाणी पढ़नी चाहिए है, गुरबाणी नूं विचारना चाहिए है, तो गुरबाणी जिस तरह सानू कहे उस तरह जीवन बतीत करना चाहिए है। यह पुजारी वर्ग जिहड़ा जो ये बोलदा, जिन्नी कि इन्हां दा दिमाग है,
ਜੇ ਉਸੇ ਬੋਲੇ ਦੇ ਰਹਿ ਗਏ ਤੇ ਅੱਜ ਜਿੱਥੇ ਅਸੀਂ ਖਲੋਤੇ ਹਨ ਉੱਥੇ ਹੀ ਸਾਡੇ ਬੱਚੇ ਖਲੋਤੇ ਰਹਿਣਗੇ। ਜੋ ਕੰਮ ਅਸੀਂ ਕਰਦੇ ਹਾਂ ਉਹ ਸਾਡੇ ਬੱਚੇ ਕਰਨਗੇ। ਇਹਨਾਂ ਦੇ ਜੰਜਾਲ ਚੋਂ ਨਿਕਲਣ ਵਾਸਤੇ ਹੀ ਗੁਰੂ ਸਾਹਿਬ ਨੇ ਗੁਰਬਾਣੀ ਰਚੀ ਸੀ। ਸੋ ਸਿੱਖਾਂ ਨੂੰ ਆਪ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਵੋਟ ਸ਼ਕਤੀ ਵਾਲੇ ਆਗੂਆਂ ਤੋਂ ਚਕੰਨੇ ਹੋ ਕੇ ਬਚਣਾ ਚਾਹੀਦਾ ਹੈ। ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਲੋਕ ਕਰ ਕੀ ਰਹੇ ਹਨ। ਮਾਇਆ ਦੇ ਗੱਫੇ ਆਪਣੀ ਲੋੜ ਤੋਂ ਵੱਧ ਹੋਵੇ ਤੇ ਕਿਸੇ ਚੰਗੇ ਥਾਂ ਦਸਵੰਧ ਦੇਣਾ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਸ਼ਰਧਾ ਦੇ ਰੂਪ ਦੇ ਵਿੱਚ ਹੀ ਲੁੱਟੀ ਜਾਈਏ ਤੇ ਸ਼ੈਤਾਨ ਸਾਨੂੰ ਛਕੀ ਜਾਵੇ। ਸੋ ਮੇਰੀਆਂ ਇਹ ਬੇਨਤੀਆਂ ਹਨ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇਕਰ ਕੋਈ ਅਪਸ਼ਬਦ ਜਾਂ ਗਲਤ ਬੋਲਿਆ ਗਿਆ ਹੋਵੇ ਜਾਂ ਅਣਜਾਣ ਹਾਂ, ਸੂਝਵਾਨ ਨਹੀਂ ਹਾਂ, ਕੋਈ ਸ਼ਬਦ ਕਿਸੇ ਦੇ ਪਸੰਦ ਨਾ ਆਇਆ ਹੋਵੇ ਤੇ ਮੈਨੂੰ ਮਾਫ ਕਰਨਾ। ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।